ਸਾਡਾ ਨੈਕਸਟ ਟੌਪਿਕ ਹੈ ਫੌਂਟ ਐਲੀਮੈਂਟ। ਆਪਾਂ ਜਦੋਂ ਕਿਸੇ ਵੈਬਸਾਈਟ ਦੇ ਵਿੱਚ ਕੋਈ ਮਟੀਰੀਅਲ ਟੈਕਸਟ ਪਾਉਂਦੇ ਆ ਤਾਂ ਉਹਦਾ ਫੌਂਟ ਦਾ ਸਾਈਜ਼ ਜਾਂ ਫੌਂਟ ਦਾ ਫੇਸ ਕੀ ਰੱਖਣਾ ਹੈ, ਉਸ ਦਾ ਕਲਰ ਕੀ ਚੇਂਜ ਕਰਨਾ ਹੈ, ਉਹ ਸਾਰਾ ਆਪਾਂ ਕਿਹਦੇ 'ਚ ਕਰਦੇ ਹਾਂ, ਫੌਂਟ ਐਲੀਮੈਂਟ ਸਟੈਕ ਦੇ ਵਿੱਚ। ਸਟਾਰਟ ਕਰਦੇ ਹਾਂ ਆਪਾਂ। ਨੋਟਪੈਡ ਫਾਈਲ ਤੋਂ ਇਹ ਸਾਡੇ ਕੋਲ ਸਟਰਕਚਰ ਆਫ HTML। ਸੇਵ ਕਰ ਲੈਣੇ ਇਹਨੂੰ ਡੈਸਕਟਾਪ ਤੇ, ਕੋਈ ਵੀ ਨੇਮ ਦੇ ਦਿਓ, font.html। ਡੈਸਕਟਾਪ ਤੇ ਇਹਨੂੰ ਮੈਂ ਸੇਵ ਕਰ ਦਿੱਤਾ। ਇਹ ਸਾਡੇ ਕੋਲ ਫਾਈਲ ਬਣ ਗਈ font.html। ਹੁਣ ਜਿਹੜੇ ਆਪਾਂ ਫੌਂਟ ਦੇ ਟੈਗ ਯੂਜ਼ ਕਰਨੇ ਆ ਦੇਖਦੇ ਹਾਂ। ਸਭ ਤੋਂ ਹੈਗਾ ਫੌਂਟ ਟੈਗ ਸਟਾਰਟ, ਉਸ ਤੋਂ ਬਾਅਦ ਕਲਰ। ਸਟਾਰਟ ਕੀਤਾ ਫੌਂਟ ਟੈਗ, ਕਲਰ। ਅਗਰ ਤਾਂ ਤੁਹਾਨੂੰ ਕਲਰ ਦਾ ਕੋਡ ਯਾਦ ਹੈ ਤਾਂ ਉਹ ਟਾਈਪ ਕਰ ਦਿਓ। ਅਗਰ ਤੁਹਾਨੂੰ ਕਲਰ ਦਾ ਨੇਮ ਯਾਦ ਹੈ ਤਾਂ ਤੁਸੀਂ ਨੇਮ ਆਫ ਕਲਰ ਟਾਈਪ ਕਰ ਸਕਦੇ ਹੋ। ਇਹਦੇ ਨਾਲ ਕੀ ਹੋਏਗਾ, ਟੈਕਸਟ displayed in green font। ਉਸ ਤੋਂ ਬਾਅਦ ਫੌਂਟ ਟੈਗ ਕਲੋਜ਼। ਸੇਵ ਕਰਾਂਗੇ, ਫਿਰ ਆਪਾਂ ਫਾਈਲ ਨੂੰ ਰਨ ਕਰਾਂਗੇ ਵੈਬ ਬਰਾਊਜ਼ਰ ਦੇ ਉੱਪਰ, ਫੌਂਟ ਵਾਲੀ ਨੂੰ। ਤਾਂ ਸਾਡਾ ਟੈਕਸਟ ਕਿਹੜਾ ਡਿਸਪਲੇ ਹੋ ਰਿਹਾ, ਗ੍ਰੀਨ। ਅਗਰ ਚੇਂਜ ਕਰਨਾ ਹੈ ਕਲਰ ਤਾਂ ਕੋਈ ਹੋਰ ਕਲਰ ਆਪਾਂ ਯੂਜ਼ ਕਰ ਸਕਦੇ ਹਾਂ, ਰੈੱਡ, ਜਾਂ ਕਲਰ ਦਾ ਕੋਡ ਜਿਹੜਾ ਵੀ ਆਪਾਂ ਬਣਾਇਆ ਹੈਗਾ 3 ਕਲਰ ਨੂੰ ਮੈਚ ਕਰਕੇ ਕੋਡ ਬਣਦੇ ਨੇ, ਆਪਾਂ ਉਹ ਟਾਈਪ ਕਰ ਸਕਦੇ ਹਾਂ ਇੱਥੇ। ਰੈੱਡ, ਕੰਟਰੋਲ S ਨਾਲ ਸੇਵ ਕੀਤਾ ਤੇ ਦੁਬਾਰਾ ਰਨ ਕੀਤਾ ਇਹਨੂੰ, ਤਾਂ ਫੌਂਟ ਦਾ ਕਲਰ ਕਿਹੜਾ ਹੋ ਜਾਏਗਾ, ਰੈੱਡ। ਸੇਮ ਇਸੇ ਤਰ੍ਹਾਂ ਦੂਸਰਾ ਟੈਗ ਫੌਂਟ ਦਾ ਫੇਸ ਤੁਸੀਂ ਕਿਹੜਾ ਯੂਜ਼ ਕਰਨਾ ਹੈ, ਏਰੀਅਲ, ਟਾਈਮਸ ਨਿਊ ਰੋਮਨ। ਇਹਦੇ ਇਨਸਾਈਡ ਹੀ ਆਪਾਂ ਯੂਜ਼ ਕਰਦੇ ਹਾਂ ਫੌਂਟ ਫੇਸ ਇਜ਼ ਇਕੁਅਲ ਏਰੀਅਲ। ਫੌਂਟ ਦਾ ਫੇਸ ਏਰੀਅਲ। तो दोबारा रन किया ਆਪਾਂ ਤਾਂ ਫੌਂਟ ਕਿਹੜਾ ਹੋ ਗਿਆ ਚੇਂਜ, ਏਰੀਅਲ। ਅਗਰ ਆਪਾਂ ਕਿਸੇ ਹੋਰ ਫੌਂਟ ਦਾ ਫੇਸ ਲੈਣਾ, ਜਿਸ ਤਰ੍ਹਾਂ ਆਪਾਂ MS ਵਰਡ ਵਿੱਚ ਕਰਦੇ ਹਾਂ, ਇਹ ਸਾਰੇ ਸਾਡੇ ਕੋਲ ਫੌਂਟ ਦੇ ਨੇਮ ਹੈਗੇ ਨੇ, ਇਹਨਾਂ 'ਚ ਆਪਾਂ ਕੋਈ ਵੀ ਨੇਮ ਆਪਾਂ ਉੱਥੇ ਯੂਜ਼ ਕਰ ਸਕਦੇ ਹਾਂ। ਏਰੀਅਲ ਬਲੈਕ ਸੇਮ ਆਪਾਂ ਯੂਜ਼ ਕਰਾਂਗੇ, ਏਰੀਅਲ ਬਲੈਕ। ਰਨ ਕਰਦੇ ਹਾਂ ਦੁਬਾਰਾ ਇਹਨੂੰ, ਏਰੀਅਲ ਬਲੈਕ ਹੋ ਜਾਏਗਾ ਫੌਂਟ। ਠੀਕ ਹੈ, ਸਭ ਤੋਂ ਪਹਿਲਾਂ ਕੀ ਕੀਤਾ ਆਪਾਂ, ਕਲਰ ਚੇਂਜ ਕੀਤਾ, ਫੌਂਟ ਦਾ ਫੇਸ ਲਗਾਇਆ, ਉਸ ਤੋਂ ਬਾਅਦ ਸਾਈਜ਼ ਵੀ ਆਪਾਂ ਚੇਂਜ ਕਰ ਸਕਦੇ ਹਾਂ। ਫੌਂਟ ਸਾਈਜ਼ 5, ਟੈਕਸਟ ਆਫ ਸਾਈਜ਼ 5 ਇੰਚ ਸ਼ੋਨ ਇਨ ਫੌਂਟ। ਤਾਂ ਆਪਾਂ ਉੱਥੇ ਹੀ ਉਹਨੂੰ ਮਰਜ ਕਰ ਦਿੰਦੇ ਹਾਂ, ਫੌਂਟ ਦਾ ਸਾਈਜ਼ is equal 15। ਸੇਵ, ਦੁਬਾਰਾ ਰਨ ਕਰਾਂਗੇ ਉਹਨੂੰ, ਉੱਥੋਂ ਰੀਫਰੈਸ਼ ਕਰਾਂਗੇ ਤਾਂ ਸਾਈਜ਼ ਫੌਂਟ ਦਾ ਇਨਕਰੀਜ਼ ਹੋ ਜਾਏਗਾ। तो इसी तरह उन्होंने एग्जाम्पल भी करके दिखाई है, फॉन्ट दा फेस एरियल कोरियर इन्होंने करके दिखाया है।
ਉਸ ਤੋਂ ਬਾਅਦ ਉਹਨਾਂ ਬ੍ਰੇਕ ਲਗਾਈ ਇੱਕ ਫੌਂਟ ਤੋਂ ਬਾਅਦ, ਫਿਰ ਫੌਂਟ ਦਾ ਕਲਰ ਰੈੱਡ ਕੀਤਾ ਹੈਗਾ, ਉਸ ਤੋਂ ਬਾਅਦ ਫੌਂਟ ਦਾ ਸਾਈਜ਼ 2 ਯੂਜ਼ ਕੀਤਾ ਹੈ, ਉਸ ਤੋਂ ਬਾਅਦ ਫੌਂਟ ਸਾਈਜ਼ +2 ਦਾ ਸਾਈਜ਼ ਇਨਕਰੀਜ਼ਡ ਬਾਈ 2 ਹੋ ਜਾਏਗਾ, ਐਂਡ ਉਹਨਾਂ ਨੇ ਰਿਜ਼ਲਟ ਸ਼ੋ ਕੀਤਾ ਤੁਹਾਡੇ ਕੋਲ ਇੰਟਰਨੈਟ ਐਕਸਪਲੋਰਰ ਦੇ ਉੱਪਰ। ਸੋ ਇਸ ਤਰ੍ਹਾਂ ਆਪਾਂ ਯੂਜ਼ ਕਰਦੇ ਹਾਂ ਫੌਂਟ ਟੈਗ ਇਨ HTML। ਕਿਸੇ ਵੀ ਪੈਰਾਗ੍ਰਾਫ ਜਾਂ ਕੋਈ ਵੀ ਟੈਕਸਟ ਆਪਾਂ ਟਾਈਪ ਕਰਦੇ ਹਾਂ ਆਪਣੇ ਵੈਬ ਪੇਜ ਦੇ ਵਿੱਚ, ਤਾਂ ਫੌਂਟ ਦੇ ਸਟਾਈਲ ਚੇਂਜ ਕਰਨ ਵਾਸਤੇ ਆਪਾਂ ਯੂਜ਼ ਕਰਦੇ ਹਾਂ ਫੌਂਟ ਟੈਗ। ਉਸ ਤੋਂ ਬਾਅਦ ਸਾਡੇ ਕੋਲ ਆ ਜਾਣੇ ਕਰੈਕਟਰ ਐਂਟੀਟੀਜ਼ ਫॉर ਡਿਸਪਲੇਇੰਗ ਸਪੈਸ਼ਲ ਕਰੈਕਟਰ। ਆਪਾਂ ਕਿਸੇ ਵੈਬਸਾਈਟ ਦੇ ਵਿੱਚ ਆਪਾਂ ਕੋਈ ਸਪੈਸ਼ਲ ਕਰੈਕਟਰ ਐਡ ਕਰਨਾ, ਫੋਰ ਐਗਜ਼ਾਮਪਲ ਇਹ ਸਾਡੇ ਕੋਲ ਹੈਗਾ ਕਾਪੀਰਾਈਟ ਸਿੰਬਲ। ਅਗਰ ਇਹ ਆਪਾਂ ਐਡ ਕਰਨਾ ਹੈ ਜਾਂ ਐਮਪਰਸੈਂਟ ਸਾਈਨ ਐਡ ਕਰਨਾ ਹੈ ਜਾਂ ਸੈਮੀਕੋਲਨ ਐਡ ਕਰਨਾ ਹੈ, ਤਾਂ ਆਪਾਂ ਕਿਸ ਤਰ੍ਹਾਂ ਇਹਨਾਂ ਨੂੰ HTML 'ਚ ਯੂਜ਼ ਕਰਾਂਗੇ। ਅਗਰ ਆਪਾਂ ਐਮਪਰਸੈਂਟ ਲਗਾਉਣਾ ਹੈ ਤਾਂ ਯੂਜ਼ ਕਰਾਂਗੇ ਨੇਮਡ ਐਂਟੀਟੀ ਐਂਡ AMP ਜਾਂ ਉਸ ਦਾ ਕੋਡ। ਸੇਮ ਇਸੇ ਤਰ੍ਹਾਂ ਅਗਰ ਕਾਪੀਰਾਈਟ ਦਾ ਸਾਈਨ ਆਪਾਂ ਯੂਜ਼ ਕਰਨਾ ਹੈ ਵੈਬਸਾਈਟ ਦੇ ਵਿੱਚ, ਤਾਂ ਯੂਜ਼ ਕਰਾਂਗੇ ਐਂਡ ਕਾਪੀ ਫਿਰ ਸੈਮੀਕੋਲਨ, ਉਸ ਤੋਂ ਬਾਅਦ ਨੇਮ ਆਫ ਦੀ ਕੰਪਨੀ ਜਾਂ ਨੇਮ ਆਫ ਦਾ ਟ੍ਰੇਡਮਾਰਕ ਜਾਂ ਕਾਪੀਰਾਈਟ ਦਾ ਨੇਮ ਜਿਹੜਾ ਵੀ ਹੋਏਗਾ ਆਪਾਂ ਇੱਥੇ ਟਾਈਪ ਕਰਾਂਗੇ। ਤਾਂ ਯੂਜ਼ ਕਰਕੇ ਦੇਖਦੇ ਹਾਂ ਸਪੈਸ਼ਲ ਕਰੈਕਟਰ ਕਿਸ ਤਰ੍ਹਾਂ ਆਪਾਂ ਐਡ ਕਰਨੇ ਨੇ। ਐਂਡ ਕਾਪੀ ਸੈਮੀਕੋਲਨ, ਉਸ ਤੋਂ ਬਾਅਦ ਨੇਮ ਆਫ ਦਾ ਕੰਪਨੀਜ਼ ਜਾਂ ਕਾਪੀਰਾਈਟ। ਮੈਂ ਦੇ ਦਿੱਤਾ KCWASR। ਉਸ ਤੋਂ ਬਾਅਦ ਮੈਂ ਇੱਕ ਬ੍ਰੇਕ ਦੇ ਦਿੰਦਾ ਤਾਂ ਕਿ ਨੈਕਸਟ ਲਾਈਨ ਦੇ ਵਿੱਚ ਸ਼ੋ ਹੋਏ। ਕੰਟਰੋਲ S ਕੀਤਾ, ਦੁਬਾਰਾ ਰਨ ਕਰਾਂਗੇ ਇਹਨੂੰ, ਤਾਂ ਸਾਡੇ ਕੋਲ ਕਾਪੀਰਾਈਟ ਦਾ ਸਾਈਨ ਬਣ ਜਾਏਗਾ KCWASR। ਅਗਰ ਟ੍ਰੇਡਮਾਰਕ ਆਪਾਂ ਯੂਜ਼ ਕਰਨਾ ਹੈ ਤਾਂ ਯੂਜ਼ ਕਰਾਂਗੇ ਐਂਡ ट्रेड माइक्रोसॉफ्ट, उस तो बाद सैमीकोलन एक BR टैग। दोबारा रन करके देखते हैं तो माइक्रोसॉफ्ट ट्रेडमार्क शो हो जाएगा सानू। तो इस तरह से स्पैशल करैक्टर ਜਿਹੜੇ ਆ ਆਪਾਂ ਐਡ ਕਰ ਸਕਦੇ ਹਾਂ। ਅਗਰ ਸਿਗਮਾ ਦਾ ਸਾਈਨ ਆਪਾਂ ਯੂਜ਼ ਕਰਨਾ ਹੈ ਐਂਡ ਸਿਗਮਾ, ਉਸ ਤੋਂ ਬਾਅਦ ਸੈਮੀਕੋਲਨ। ਅਗਰ ਅਲਫਾ ਦਾ ਸਾਈਨ ਆਪਾਂ ਐਡ ਕਰਨਾ ਹੈ ਐਂਡ ਅਲਫਾ, ਉਸ ਤੋਂ ਬਾਅਦ ਸੈਮੀਕੋਲਨ। ਉਸ ਤੋਂ ਬਾਅਦ ਆ ਜਾਂਦਾ ਸਾਡੇ ਕੋਲ ਸੈਟਿੰਗ ਮਾਰਜਨ। ਯੂ ਕੈਨ ਆਲਸੋ ਸੈਟ ਦੀ ਪੇਜ ਮਾਰਜਨ ਸੱਚ ਐਸ ਟॉप margin, left margin, bottom margin, right margin and margin width and margin height using attribute along with the body tag। body tag ਤੋਂ ਕਿ ਆਪਾਂ ਕੀ ਕਰਦੇ ਹਾਂ, ਆਪਾਂ ਪੇਜ ਦਾ ਮਾਰਜਨ ਸੈੱਟ ਕਰ ਸਕਦੇ ਹਾਂ ਵੀ ਟੌਪ ਤੋਂ ਕਿੰਨਾ ਪੇਜ ਛੱਡਣਾ ਹੈਗਾ, ਲੈਫਟ ਤੋਂ ਕਿੰਨਾ ਛੱਡਣਾ ਹੈਗਾ, ਬੋਟਮ ਤੋਂ ਕਿੰਨਾ ਛੱਡਣਾ ਹੈਗਾ, ਰਾਈਟ ਤੋਂ ਕਿੰਨਾ ਆਪਾਂ ਮਾਰਜਨ ਛੱਡਣਾ ਹੈਗਾ। टॉप मार्जिन की करता, दिस एट्रीब्यूट इज यूज टू एंटर द अमाउंट ऑफ स्पेस दैट यू वांट बिटवीन द टॉप ऑफ द वैब ब्राउज़र विंडो एंड टॉप ऑफ द फर्स्ट एलिमेंट इन द वैब पेज। तो तुसी वैब पेज कोई बनाया ਤਾਂ ਵੈਬ ਬਰਾਊਜ਼ਰ ਦੀ ਵਿੰਡੋ ਜਦੋਂ ਉਹਨੂੰ ਆਪਾਂ ਓਪਨ ਕਰ ਦਾਂਗੇ, ਵੈਬ ਬਰਾਊਜ਼ਰ ਦੇ ਵਿੱਚ ਜਦੋਂ ਆਪਾਂ ਓਪਨ ਕਰਦੇ ਹਾਂ ਤਾਂ ਟੌਪ ਤੋਂ ਕਿੰਨਾ ਡਿਸਟੈਂਸ ਹੋਏ ਉਹਦਾ, ਇਹਦਾ ਹੈਗਾ ਬੋਡੀ ਟੌਪ ਮਾਰਜਨ ਇਜ਼ ਇਕੁਅਲ 200%। ਬੋਡੀ ਟੈਗ ਕਲੋਜ਼, ਤਾਂ ਆਪਾਂ ਯੂਜ਼ ਕਰਦੇ ਹਾਂ ਇਹਨੂੰ। ਤਾਂ ਬੋਡੀ ਟੈਗ ਦੇ ਅੰਦਰ ਆਪਾਂ ਟੌਪ ਮਾਰਜਨ ਸਿਲੈਕਟ ਕਰਾਂਗੇ, ਬੋਡੀ
ਟੌਪ ਮਾਰਜਨ 200। ਮਾਰਜਨ ਕੀ ਹੁੰਦਾ ਹੈ, ਆਪਾਂ ਪੇਜ ਦੇ ਵਿੱਚ ਆਪਾਂ ਮਾਰਜਨ ਸੈੱਟ ਕਰਦੇ ਹਾਂ ਵੀ ਕਿਸ ਤਰ੍ਹਾਂ ਲਗਾਉਣਾ ਹੈਗਾ ਮਾਰਜਨ, ਟੌਪ ਤੋਂ, ਲੈਫਟ ਤੋਂ, ਰਾਈਟ ਤੇ ਬੋਟਮ ਤੋਂ ਕਿਸ ਤਰ੍ਹਾਂ ਆਪਾਂ ਪੇਜ ਨੂੰ ਸਪੇਸਿਸ ਜਿਹੜੀ ਆ ਡਿਵਾਈਡ ਕਰਨੀ ਹੈਗੀ ਆ, ਆਪਾਂ ਯੂਜ਼ ਕਰਦੇ ਹਾਂ ਮਾਰਜਨਸ। ਸਭ ਤੋਂ ਪਹਿਲਾਂ ਹੈਗਾ ਟੌਪ ਮਾਰਜਨ, ਟੌਪ ਤੋਂ ਸਪੇਸ ਕਰੇਗਾ 200%। ਆਪਾਂ ਲਗਾਇਆ ਇੱਥੇ ਬੋਡੀ ਟੌਪ ਮਾਰਜਨ 200। ਜਦੋਂ ਆਪਾਂ ਇਹਨੂੰ ਰਨ ਕੀਤਾ ਤਾਂ ਸਪੇਸ ਸਾਡੀ ਸ਼ੋ ਹੋ ਗਈ ਟੌਪ ਤੋਂ। ਉਸ ਤੋਂ ਬਾਅਦ ਸੇਮ ਇਸ ਤਰ੍ਹਾਂ ਹੀ ਲੈਫਟ ਮਾਰਜਨ 100%, ਬੋਟਮ ਮਾਰਜਨ 150%, ਰਾਈਟ ਮਾਰਜਨ 200%, ਮਾਰਜਨ ਹਾਈਟ ਐਂਡ ਮਾਰਜਨ ਵਿਡਥ। ਇਸ ਤਰ੍ਹਾਂ ਆਪਾਂ ਮਾਰਜਨ ਸਿਲੈਕਟ ਕਰ ਸਕਦੇ ਹਾਂ ਆਪਣੇ ਵੈਬ ਪੇਜ ਦੇ ਅੰਦਰ। ਉਹਦੇ ਅੰਦਰ ਹੀ ਟੌਪ ਮਾਰਜਨ ਐਂਡ ਲੈਫਟ ਮਾਰਜਨ ਐਡ ਕਰਤੇ, ਟੌਪ ਮਾਰਜਨ 200 ਐਂਡ ਲੈਫਟ ਮਾਰਜਨ 100। ਤਾਂ ਸਾਨੂੰ ਟੈਕਸਟ ਕਿੱਦਾਂ ਡਿਸਪਲੇ ਹੋਇਆ, ਲੈਫਟ ਤੋਂ 100 ਐਂਡ ਟੌਪ ਤੋਂ 200। ਉਸ ਤੋਂ ਬਾਅਦ ਸਾਡੇ ਕੋਲ ਆਉਂਦਾ ਹੈ ਲਿਸਟ ਟੈਗ। ਲਿਸਟ ਟੈਗ ਮੀਨ ਆਪਾਂ ਕੋਈ ਵੀ ਪ੍ਰੋਡਕਟ ਆ ਸਾਨੂੰ ਆਪਾਂ ਉਹਨੂੰ ਐਡ ਕਰਨਾ ਹੈ ਬਾਈ ਯੂਜ਼ਿੰਗ ਨੰਬਰਿੰਗ, ਜਾਂ ਕੋਈ ਬੁਲੇਟ ਲਗਾਉਣੀ ਹੈ ਜਾਂ ਕੋਈ ਨੂੰ ਨੰਬਰਿੰਗ ਲਗਾ ਕੇ ਆਪਾਂ ਐਡ ਕਰਨਾ ਤਾਂ ਯੂਜ਼ ਕਰਦੇ ਹਾਂ ਲਿਸਟ ਟੈਗ। While reading the element of a document, we generally prefer to read only the required information. So, list provide a convenient way of displaying important information to the user in small paragraph consisting of few lines. ਆਪਾਂ ਲਾਈਨਸ ਵਿੱਚ ਕਿਸ ਤਰ੍ਹਾਂ ਲਿਖਣਾ ਹੈ, ਫੋਰ ਐਗਜ਼ਾਮਪਲ ਯੂ ਕੈਨ ਕ੍ਰੀਏਟ a list of a specific feature of a product. ਕਿਸੇ ਪ੍ਰੋਡਕਟ ਦੇ ਆਪਾਂ ਫੀਚਰ ਐਡ ਕਰਨੇ ਨੇ, ਉਹਨਾਂ ਨੂੰ ਬੁਲੇਟਡ ਲਿਸਟ ਜਾਂ ਨੰਬਰ ਲਿਸਟ ਵਿੱਚ ਆਪਾਂ ਡਿਸਪਲੇ ਕਰਨਾ ਵੈਬ ਪੇਜ 'ਤੇ, ਤਾਂ ਆਪਾਂ ਯੂਜ਼ ਕਰਦੇ ਹਾਂ ਲਿਸਟ ਟੈਗ। ਦੋ ਤਰ੍ਹਾਂ ਦੇ ਹੁੰਦੇ ਆ, ਬੁਲੇਟਡ ਲਿਸਟ ਜਾਂ ਇਹਨੂੰ ਕਹਿੰਦੇ ਆ ਅਨਆਰਡਰਡ ਲਿਸਟ, ਦੂਸਰੀ ਹੁੰਦੀ ਆ ਨੰਬਰਡ ਲਿਸਟ, ਉਹਨੂੰ ਕਹਿੰਦੇ ਆ ਆਰਡਰਡ ਲਿਸਟ, ਐਂਡ ਥਰਡ ਸਾਡੇ ਕੋਲ ਹੁੰਦੀ ਆ ਡੈਫੀਨੇਸ਼ਨ ਲਿਸਟ। ਸਭ ਤੋਂ ਪਹਿਲਾਂ ਆਪਾਂ ਦੇਖਾਂਗੇ ਬੁਲੇਟਡ ਲਿਸਟ ਔਰ ਅਨਆਰਡਰਡ ਲਿਸਟ। ਬੁਲੇਟਡ ਲਿਸਟ ਕੀ ਕਰਦੇ ਆ ਆਪਾਂ, bulleted list is an unordered list which is used to represent set of items that are related to one to another but the order of the item is unimportant। ਵੀ ਆਰਡਰ ਨੂੰ ਆਪਾਂ ਯੂਜ਼ ਨਹੀਂ ਕਰ ਸਕਦੇ, ਕੋਈ ਵੀ ਆਰਡਰ ਹੋਏਗਾ ਸਾਡੇ ਕੋਲ ਪ੍ਰੋਡਕਟ ਦੀ ਆਈਟਮਾਂ ਦਾ ਆਪਾਂ ਉਹਨੂੰ ਐਡ ਕਰ ਦੇਵਾਂਗੇ। ਈਚ ਆਈਟਮ ਇਨ ਦੀ ਲਿਸਟ ਇਜ਼ ਮਾਰਕ ਯੂਜ਼ਿੰਗ ਦੀ LI ਟੈਗ which stand for the list item। It is optional to specify the closing tag LI slash। ਇਹ ਆਪਸ਼ਨਲ ਹੈ, ਤੁਸੀਂ ਟੈਗ ਕਲੋਜ਼ ਕਰਨਾ ਜਾਂ ਨਹੀਂ ਕਰਨਾ। You can define any number of items in the list। It is also possible to include text formatting elements, paragraph etc. in the list content। ਆਪਾਂ MS Word 'ਚ ਦੇਖਦੇ ਹਾਂ, ਇਹ ਸਾਡੇ ਕੋਲ ਲਿਸਟ ਟੈਗ ਹੈਗੇ ਨੇ। ਬੁਲਟਡ ਲਿਸਟ ਲਗਾਉਣੀ ਆ, ਜੋ ਵੀ ਟਾਈਪ ਕਰਾਂਗੇ ਆਪਾਂ ਉਹ ਸਾਡੇ ਕੋਲ ਬੁਲਟਡ ਲਿਸਟ ਵਿੱਚ ਟਾਈਪ ਹੁੰਦਾ ਜਾਏਗਾ। ਸੇਮ ਇਹੀ ਆਪਾਂ ਪਰਫੋਰਮ ਕਰਨਾ ਹੈ HTML ਦੇ ਵਿੱਚ। तो सब तो पहला टैग हैगा अनऑर्डर्ड लिस्ट। टैग शुरू करना है अनऑर्डर्ड लिस्ट। उस तो बाद सैकेंड टैग लिस्ट आइटम। पहली लिस्ट आइटम की इत्थे पहला टैग है अनऑर्डर्ड लिस्ट। उस तो बाद लिस्ट आइटम कीबोर्ड, माउस एंड स्कैनर। उस तो बाद अनऑर्डर्ड लिस्ट क्लोज। लिस्ट आइटम ਦਾ ਟੈਗ ਨੂੰ ਤੁਸੀਂ क्लोज करना या नहीं करना यह ऑप्शनल हैगा ਤੁਹਾਡੇ ਵਾਸਤੇ। ਆਪਾਂ ਆਪਣੇ ਵੈਬ ਪੇਜ ਦੇ ਵਿੱਚ ਲਿਸਟ ਐਡ ਕਰਦੇ ਹਾਂ। ਸਭ ਤੋਂ ਪਹਿਲਾਂ ਮੈਂ ਯੂਜ਼ ਕੀਤਾ ਅਨਆਰਡਰਡ ਲਿਸਟ। ਉਸ ਤੋਂ ਬਾਅਦ ਲਿਸਟ ਆਈਟਮ ਕਾਫੀ, ਲਿਸਟ ਆਈਟਮ ਟੀ, ਲਿਸਟ ਆਈਟਮ ਮਿਲਕ। ਮੈਂ ਸਾਰੇ ਟੈਗ ਕਲੋਜ਼ ਵੀ ਕੀਤੇ ਨਾਲ। ਉਸ ਤੋਂ ਬਾਅਦ ਲਿਸਟ ਆਈਟਮ ਅਨਆਰਡਰਡ ਲਿਸਟ ਨੂੰ ਕਲੋਜ਼ ਵੀ ਕੀਤਾ ਹੈਗਾ। तो आप इनू सेव करके अपने ब्राउज़र ते रन करके देखते हैं तो साढ़े को जो भी शो होएगा इन बुलेटेड लिस्ट में शो होएगा जिन्ने भी आप प्रोडक्ट ऐड किए होंगे लिस्ट आइटम। उस तो बाद साढ़े को ये डिफरेंट एट्रीब्यूट्स ने। फॉर एग्जाम्पल आप अनऑर्डर्ड लिस्ट टाइप की
ਤਾਂ ਸਾਡੇ ਕੋਲ ਸਭ ਤੋਂ ਪਹਿਲਾਂ ਕਿਤੇ ਆ ਜਾਂ ਤਾਂ ਡਿਸਕ ਦੀ ਫਾਰਮੈਟ, ਜਾਂ ਇਸ ਤਰ੍ਹਾਂ ਸਾਡੇ ਕੋਲ ਸਮਾਲ ਡਾਟ ਹੋਣਗੇ, ਜਾਂ ਸਰਕਲ ਬਣੇ ਹੋਣਗੇ, ਜਾਂ ਅਨਆਰਡਰਡ ਟਾਈਪ ਜਾਂ ਸਕੇਅਰ ਬਣੇ ਹੋਣਗੇ ਸਾਡੇ ਕੋਲ। ਆਪਾਂ ਸਾਰੇ ਆਪਾਂ ਯੂਜ਼ ਕਰ ਸਕਦੇ ਹਾਂ। ਜਾਂ ਤਾਂ ਡਿਸਕ ਯੂਜ਼ ਕਰ ਲਓ ਟਾਈਪ ਉਹਦੀ, ਜਾਂ ਸਰਕਲ ਜਾਂ ਸਕੇਅਰ। टाइप इज इक्वल SQUARE स्केयर। सेव करते हैं इनू, दोबारा रन करते हैं तो साढ़े कोल स्केयर दे विच हो जाएगी। अगर सेम आइटम अपना दोबारा कॉपी करके इनू चेंज कर देने सर्कल, तो सानू सर्कल्स ਦੇ ਵਿੱਚ ਸ਼ੋ ਹੋਣਗੀਆਂ। ਪਹਿਲਾ ਸਾਡੇ ਕੋਲ ਸਕੁਅਰ ਸੀ, ਦੂਜਾ ਸਰਕਲ ਸ਼ੋ ਹੋਣਗੀਆਂ। ਸੋ ਇਸ ਤਰ੍ਹਾਂ ਆਪਾਂ ਅਨਆਰਡਰਡ ਲਿਸਟ ਟਾਈਪ ਕਰ ਸਕਦੇ ਹਾਂ। ਉਸ ਤੋਂ ਬਾਅਦ ਸਾਡੇ ਕੋਲ ਆਉਂਦੀ ਹੈ ਨੰਬਰਡ ਲਿਸਟ ਔਰ ਆਰਡਰਡ ਲਿਸਟ। ਆਰਡਰਡ ਲਿਸਟ ਦਾ ਟੈਗ ਕੀ ਹੈ? OL। ਆਰਡਰਡ ਲਿਸਟ ਦੇ ਵਿੱਚ ਕੀ ਕਰਦੇ ਹਾਂ ਆਪਾਂ? ਨੰਬਰ ਲਿਸਟ ਇਜ਼ ਐਨ ordered list that is used to represent a set of related item in a given order such as step by step instructions, recipe, outline etc। अगर ਆਪਾਂ ਕੋਈ ਰੈਸਿਪੀ ਬਣਾਉਣੀ ਆ ਤਾਂ ਉਹਦੇ ਵਾਸਤੇ ਜਿੰਨੇ ਵੀ ਸਾਡੇ ਕੋਲ ਡੈਫੀਨੇਸ਼ਨਸ ਜਾਂ ਇੰਸਟਰਕਸ਼ਨਸ ਹੋਣਗੀਆਂ ਉਹਨਾਂ ਨੂੰ ਆਪਾਂ ਟਾਈਪ ਕਰਾਂਗੇ ਆਰਡਰਡ ਲਿਸਟ ਦੇ ਅੰਡਰ। ਸੇਮ ਉਸੇ ਤਰ੍ਹਾਂ ਟਾਈਪ ਕਰਨੀ ਆ। ਅਨਆਰਡਰਡ ਸੀਗਾ UL ਐਂਡ ਆਰਡਰਡ ਲਿਸਟ ਦੇ ਵਿੱਚ ਕੀ ਹੈਗਾ ਸਾਡੇ ਕੋਲ OL। ਉਸ ਤੋਂ ਬਾਅਦ ਲਿਸਟ ਆਈਟਮ ਕੀ ਦਿੱਤਾ ਹੈਗਾ LI ਫਾਈਂਡ ਆਊਟ ਟਾਰਗੇਟ ਆਡੀਅੰਸ। ਦੂਸਰਾ ऑर्गेनाइज योर मटीरियल। थर्ड क्रिएट ए डिक्शनरी स्ट्रक्चर। एंड फोर्थ क्रिएट ए स्कैच ऑफ पेज एंड डिज़ाइन दी बुक। इन्हों सीरियल ऑर्डर ਦੇ ਵਿੱਚ ਲਿਖਿਆ ਹੈਗਾ ਤਾਂ ਆਪਾਂ यूज़ कर सकते हैं ऑर्डर्ड लिस्ट। OL सेम इसी तरह आप इनू परफॉर्म करके देखते हैं। आप ऐड कर ली ऑर्डर्ड लिस्ट कॉफ़ी टी एंड मिल्क। सेव करके दोबारा रन करांगे तो साढ़े को शो होएगी ऑर्डर्ड लिस्ट 1 2 एंड 3। सेम पहला जिदा अनऑर्डर्ड लिस्ट के एट्रीब्यूट सीगे ਉਹਦੀ टाइप आप चेंज कर सकते हैं। ऑर्डर की टाइप अगर आप अरेबिक रखना है तो आप यूज़ करांगे वैल्यू 1। अगर आप टाइप रखनी है लोअर केस तो टाइप करांगे A। अगर आप अपर केस लैटर यूज़ करने तो कैप्स आप A टाइप करांगे। अगर लोअर केस रोमन यूज़ करना है तो स्मॉल I यूज़ करांगे। अगर अपर केस रोमन करना है तो कैपिटल लैटर I आप यूज़ करांगे। ऑर्डर्ड लिस्ट टाइप इज इक्वल A। सेव करांगे रन करके देखांगे तो साढ़े को लोअर दे विच ऑर्डर लिस्ट टाइप होगी। अगर कैप्स रखांगे तो साढ़े को ऑर्डर लिस्ट टाइप होएगी कैप्स दे विच। सेम इसी तरह आप यूज़ कर सकते हैं। अगर आप स्टार्ट करना है कोई एक होर एडा एलीमेंट हैगा भी स्टार्ट कितों करना हैगा OL स्टार्ट 3। अगर मैं इतों यूज़ करदा OL उस तो बाद स्टार्ट इज इक्वल B तो स्टार्ट होए दोबारा रन करांगे। फॉर एग्जाम्पल आप ऑर्डर्ड लिस्ट ਨੂੰ स्टार्ट किया 3 तो सेव किया रन करांगे दोबारा तो स्टार्टिंग पॉइंट जिहड़ा हैगा 3 4 एंड 5 एंड जिहड़े पॉइंट तो स्टार्ट करना है उन्होंने तुसीं लिख सकते हो स्टार्टिंग पॉइंट बाय यूजिंग स्टार्ट एट्रीब्यूट। उस तो बाद साडे कोल आउंदी है डेफिनेशन लिस्ट। आपां
कोई डेफिनेशन लिस्ट टाइप करें। डेफिनेशन लिस्ट आर प्राइमरी यूज फॉर ग्लोसरीज दैट इज़ टर्म विद देयर डेफिनेशंस। कोई आप डेफिनेशंस टाइप करांगे तो नाल उसकी टर्म लिखांगे। ये सब तो पहला टैग होंदा है स्टार्ट DL डेफिनेशन लिस्ट, ओपनिंग टैग एंड क्लोजिंग टैग। फिर वो इनसाइड होंदा है DD टैग। पर DT टैग मीनस डेफिनेशन टैग। उस तो बाद होंदा है DD टैग दैट definition descriptive. The closing tag DT and DD are optional. तो यूज़ करते हैं ਆਪਾਂ definitions tag ਇਹ ਸਾਡੇ ਕੋਲ ਟੈਗ ਹੈਗਾ डेफिनेशन लिस्ट। उसके अंदर मैं डेफिनेशन टैग दिता कॉफ़ी, उस तो बाद उसकी डिस्क्रिप्शंस देती ब्लैक हॉट ड्रिंक। उस तो बाद फिर दूजा दिता DT टैग मिल्क एंड उसकी डिस्क्रिप्शंस देती वाइट कोल्ड ड्रिंक। जो दोस्तों सेव करके रन करांगे तो सानू शो करेगा पहला उसकी डेफिनेशन, उस तो बाद उसकी डिस्क्रिप्शंस। तो इस तरह आप यूज़ करते हैं लिस्ट टैग इन HTML। उस तो बाद साढ़े कोल आउंदी आ नेस्टेड लिस्ट। आप एक लिस्ट के अंदर एक होर लिस्ट ऐड करनी आ तो उसनूं कहंदे आ नेस्टेड लिस्ट। नेस्टेड लिस्ट किस तरह, फॉर एग्जांपल आप एक अनऑर्डर्ड लिस्ट लई ਉਹਦੇ ਵਿੱਚ लिस्ट आइटम की ਕੀਤੀ टाइप प्रिंटर। इनसाइड ਉਹਦੇ ਇੱਕ ਆਪਾਂ ਹੋਰ अनऑर्डर्ड लिस्ट ले ली टाइप किया इज इक्वल स्केयर। उस तो बाद ਉਹਦੇ अंडर आप आइटम्स देतियाँ लेजर प्रिंटर एंड डॉट मैट्रिक्स प्रिंटर। फिर अनऑर्डर्ड लिस्ट क्लोज कर दी। फिर आप सैकेंड लिस्ट आइटम यूज़ की फिर मोनीटर। फिर ਉਹਦੇ अंडर यूज़ किया आप अनऑर्डर्ड लिस्ट की टाइप सर्कल। तो उसके अंदर दो एलीमेंट दे दिते CRT एंड LCD। फिर अनऑर्डर्ड लिस्ट क्लोज। साढ़े कोल शो होंदा पिया आउटपुट। पहला आप प्रिंटर यूज़ किया लिस्ट आइटम ਉਹਦਾ उसके अंडर आप एक अनऑर्डर्ड लिस्ट टाइप पहला आप लिस्ट ली प्रिंटर, उसके अंदर लिस्ट आइटम रखी प्रिंटर एंड अनऑर्डर्ड लिस्ट टाइप एक होर की ਉਹਦਾ टाइप रखी स्केयर। प्रिंटर वाले की किसी की डॉट एंड अनऑर्डर्ड लिस्ट टाइप जी इनसाइड नेस्टेड जी हैगी साढ़े को लिस्ट हो गई है स्केयर। ਉਹਦੇ अंदर दो एलीमेंट लेजर प्रिंटर एंड डॉट मैट्रिक्स प्रिंटर। उस तो बाद अनऑर्डर्ड लिस्ट क्लोज। उस तो बाद सैकेंड क्लोज की आप क्रिएट की न्यू ਉਹਦੇ लिस्ट आइटम रखी मोनीटर अनऑर्डर्ड ਉਹਦੀ टाइप की आप यूज सर्कल एंड लिस्ट आइटम CRT एंड LCD। फिर क्लोज। फिर मेन वाली अनऑर्डर्ड लिस्ट क्लोज। परफॉर्म करके देखते हैं आप नेस्टेड लिस्ट कितना क्रिएट करनी है। ठीक है, स्टार्ट करते हैं आप नेस्टेड लिस्ट। नेस्टेड लिस्ट कितना करनी है, सब तो पहला UL टैग स्टार्ट किया आप उसके अंदर LI टैग लिस्ट आइटम प्रिंटर। फिर वो इनसाइड अनऑर्डर्ड लिस्ट एक होर टाइप करांगे आप UL ਉਹਦੀ टाइप यूज़ की आप सर्कल एंड ये इनसाइड आप लिस्ट आइटम क्रिएट्स करांगे LI लेजर प्रिंटर एंड सेकंड लिस्ट आइटम
मैट्रिक्स प्रिंटर, then UL टैग ਨੂੰ क्लोज करांगे ਆਪਾਂ। सेव करके रन करते हैं। देख लिया आप नेस्टेड लिस्ट टाइप की प्रिंटर और दे अंडर एक नेस्टेड लिस्ट आप फिर टाइप की लेज़र प्रिंटर ते डॉट मैट्रिक्स प्रिंटर। इस तरह आप टाइप कर सकते हैं नेस्टेड लिस्ट। तो इस तरह आप टाइप की एक नैसटेड लिस्ट ਉਹਦੇ ਅੰਦਰ एक होर आप नैसटेड लिस्ट टाइप करनी है तो मैं यूज़ किया फिर लिस्ट आइटम तो बाद UL टाइप एक हो स्केयर उस तो बाद लिस्ट आइटम HP लिस्ट आइटम IBM तो वो एक होर सब तो पहला प्रिंटर बनी सी लिस्ट उसके अंडर आई सी लेज़र प्रिंटर एंड उस तो बाद एलीमेंट्स ऑफ लेज़र प्रिंटर दे HP IBM एंड डॉट मैट्रिक्स प्रिंटर। दैन साढ़े को एडवांटेज ऑफ HTML ये तुसी पढ़ सकते हो आपे। तो नैक्सट करांगे बाकी आप अगले लैक्चर दे विच जिन्ने भी टैग रहिंदे ने।